ਸਕਹੁ ਟਲ ਗੁਰ ਸੇਵੀਐ ਅਹਨਸ ਸਹਜ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ। ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦਾ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਰਾਮਕਲੀ ਮਹੱਲਾ ਨਾਵਾਂ ਤੇ ਪਦੇ। ਰੇ ਮਨ ਓਟ ਲਿਹੋ ਹਰ ਨਾਮਾ। ਜਾ ਕੈ ਸਿਮਰਨ ਦੁਰਮਤ ਨਾਸੈ ਪਾਵੈ ਪਦ ਨਿਰਬਾਨਾ। ਰੇ ਮਨ ਓਟ ਲਿਹੋ ਹਰ ਨਾਮਾ। ਜਾ ਕੈ ਸਿਮਰਨ ਦੁਰਮਤ ਨਾਸੈ ਪਾਵੈ ਪਦ ਨਿਰਬਾਨਾ। ਰਹਾਉ ਬੜ ਭਾਗੀ ਤਹਿ ਜਨ ਕਉ ਜਾਨੋ। ਜੋ ਹਰਿ ਕੇ ਗੁਣ ਗਾਵੈ ਜਨਮ ਜਨਮ ਕੇ ਪਾਪ ਖੋਏ ਕੈ ਫੁਨ ਬੈਕੁੰਠ ਸਿਧਾਵੈ। ਅਜਾ ਮਲ ਕੋ ਅੰਤ ਕਾਲ ਮਹਿ ਨਾਰਾਇਣ ਸੁਧ ਆਈ। ਜਾਂ ਗਤ ਕੋ ਜੋਗੀ ਸੁਰ ਬਾਛਤ ਸੋ ਗਤ ਛਿਨ ਮੈਂ ਪਾਈ। ਨਾਹਿਨ ਗੁਣ ਨਾਹਿਨ ਕਛ ਵਿਦਿਆ ਧਰਮ ਕੌਣ ਗਜ ਕੀਨਾ। ਨਾਨਕ ਬਿਰਦ ਰਾਮ ਕਾ ਦੇਖੋ ਅਬੈਦਾਨ ਤਹਿ ਦੀਨਾ। ਨਾਹਿਨ ਗੁਣ ਨਾਹਿਨ ਕਛ ਵਿਦਿਆ ਧਰਮ ਕੌਣ ਗਜ ਕੀਨਾ। ਨਾਨਕ ਬਿਰਦ ਰਾਮ ਕਾ ਦੇਖੋ ਅਭੈ ਦਾਨ ਤਹਿ ਦੀਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਮਿਹਰਬਾਨ ਜਗਤ ਗੁਰੂ ਆਦਿ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਰਮ ਪਵਿੱਤਰ ਪਾਵਨ ਇਤਿਹਾਸਕ ਸਥਾਨ ਤੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ। ਅੱਜ ਅੰਮ੍ਰਿਤ ਵੇਲੇ ਮਹਾਰਾਜ ਜੀ ਨੇ ਪਵਿੱਤਰ ਸ੍ਰੀ ਮੁਖ ਵਾਕ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕੀਤੀ ਹੈ। ਨੌਵੇਂ ਗੁਰਦੇਵ ਤਿਲਕ ਜੰਜੂ ਦੇ ਰਾਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਵਾ ਨਿਧੀਆਂ ਦੇ ਖਜ਼ਾਨੇ 18 ਸਿੱਧੀਆਂ ਦੇ ਦਾਤੇ ਵਿਰਾਗ ਤੇ ਤਿਆਗ ਦੀ ਅਨੁਰਾਗ ਦੀ ਮੂਰਤ ਸਤਿਗੁਰੂ ਨੌਵੇਂ ਪਾਤਸ਼ਾਹ ਨੇ ਅੱਜ ਦੇ ਪਾਵਨ ਹੁਕਮਨਾਮੇ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ। ਨੌਵੇਂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀ ਸੁਰਤ ਬਿਰਤ ਜੋੜੀਏ
ਮਹਾਰਾਜ ਜੀ ਦੇ ਪਾਵਨ ਸ਼ਬਦ ਨੂੰ ਰਲ ਮਿਲ ਕੇ ਵਿਚਾਰੀਏ। ਹਾਜ਼ਰੀ ਲਵਾਉਣ ਨਿਮਿਤ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੰਗਲ ਕੀਤਾ ਮਹਾਰਾਜ ਜੀ ਨੇ ਪਹਿਲਾਂ। ਨੌਵੇਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਰਾਮਕਲੀ ਚ ਪ੍ਰਾਰੰਭ ਹੁੰਦੀ ਹੈ, ਇਸ ਕਰਕੇ ਮੰਗਲਾਚਰਨ ਕੀਤਾ। ਮੰਗਲ ਕਰਨ ਦੀ ਪਰੰਪਰਾ ਗੁਰੂ ਘਰ ਦੇ ਵਿੱਚ ਭਾਰਤ ਖੰਡ ਦੀ ਭੂਮੀ ਤੇ ਮੁੱਢ ਕਾਲ ਤੋਂ ਆਸਤਕ ਲੋਕਾਂ ਦੇ ਹਿਰਦੇ 'ਚ ਚੱਲਦੀ ਰਹੀ ਹੈ। ਨਾਸਤਕ ਲੋਕ ਜਿਨ੍ਹਾਂ ਨੂੰ ਚਾਰ ਵਾਕ ਕਿਹਾ ਜਾਂਦਾ ਹੈ, ਜਾਂ ਅੱਜ ਕੱਲ੍ਹ ਕਾਮਰੇਡ ਕਿਹਾ ਜਾਂਦਾ ਹੈ, ਮਾਰਕਸਵਾਦ ਕਿਹਾ ਜਾਂਦਾ ਹੈ, ਉਹ ਜਦੋਂ ਕੋਈ ਪੁਸਤਕ ਲਿਖਦੇ ਨੇ ਪ੍ਰਾਰੰਭ ਦੇ ਵਿੱਚ ਕਿਸੇ ਦਾ ਵੀ ਮੰਗਲ ਨਹੀਂ ਕਰਦੇ। ਪੁਰਾਣੇ ਸਮਿਆਂ ਦੇ ਵਿੱਚ ਕਿਸੇ ਵੀ ਪੁਸਤਕ ਦੇ ਸ਼ੁਰੂਆਤ ਵਿੱਚ ਮੰਗਲ ਤੋਂ ਵੇਖ ਕੇ ਉਹਦੇ 'ਚ ਪ੍ਰਵੇਸ਼ਿਕਾ ਕੀਤੀ ਜਾਂਦੀ ਸੀ ਕਿ ਆਸਤਕ ਲੋਕ ਜਿਹੜੇ ਰੱਬ ਦੀ ਹੋਂਦ ਨੂੰ ਮੰਨਣ ਵਾਲੇ, ਈਸ਼ਵਰ ਦੀ ਹੋਂਦ ਨੂੰ ਮੰਨਣ ਵਾਲੇ ਲੋਕ ਸਨ, ਉਹ ਕੇਵਲ ਉਹੀ ਗ੍ਰੰਥ ਪੜ੍ਹਦੇ ਜਿਨ੍ਹਾਂ ਵਿੱਚ ਮੁੱਢ 'ਚ ਮੰਗਲ ਕੀਤਾ ਹੁੰਦਾ ਸੀ। ਜਿਨ੍ਹਾਂ ਗ੍ਰੰਥਾਂ ਵਿੱਚ ਮੁੱਢ 'ਚ ਪ੍ਰਾਰੰਭ 'ਚ ਮੰਗਲ ਦੀ ਪਰੰਪਰਾ ਨਹੀਂ ਸੀ, ਜਾਣ ਲੈਂਦੇ ਸਨ ਵੀ ਇਹ ਮੰਗਲ ਨਹੀਂ ਕੀਤਾ, ਇਹਦਾ ਮਤਲਬ ਇਹ ਅਨੀਸ਼ਵਰਵਾਦੀ ਹੈ, ਇਹਦੇ ਵਿੱਚ ਅਸੀਂ ਪ੍ਰਵੇਸ਼ਿਕਾ ਨਹੀਂ ਕਰਨੀ, ਇਹ ਰੱਬ ਦੀ ਹੋਂਦ ਤੋਂ ਮੁਨਕਰ ਬੰਦਿਆਂ ਦੀਆਂ ਕਿਤਾਬਾਂ ਨਹੀਂ ਅਸੀਂ ਪੜ੍ਹਨੀਆਂ। ਤੋ ਮੰਗਲਾਚਰਨ ਕਰਨ ਦਾ ਵਾਸਤਵਿਕ ਕਾਰਨ ਇਹ ਵੀ ਸੀ ਕਿ ਆਪਣੀ ਆਸਤਕਤਾ ਨੂੰ ਪ੍ਰਗਟ ਕਰਨਾ ਕਿ ਅਸੀਂ ਰੱਬ ਦੀ ਹੋਂਦ ਨੂੰ ਮੰਨਦੇ ਹਾਂ। ਔਰ ਕਿਹੜੇ ਰੱਬ ਦੀ ਹੋਂਦ ਨੂੰ ਮੰਨਦੇ ਹਾਂ? ਜਿਹੜਾ ਇੱਕ ਹੈ ਓੰਕਾਰ, ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ, ਔਰ ਜਿਸ ਦੀ ਪ੍ਰਾਪਤੀ ਸਤਿਗੁਰਾਂ ਦੀ ਕਿਰਪਾ ਦੁਆਰਾ ਹੁੰਦੀ ਹੈ। ਅੱਜ ਕੱਲ੍ਹ ਸਾਡੇ ਪ੍ਰੋਫੈਸਰ, ਲੈਕਚਰਾਰ, ਡਾਕਟਰ ਜਾਂ ਹੋਰ ਕੁਝ ਵਿਦਵਾਨ ਜਨ ਜਦੋਂ ਪੁਸਤਕਾਂ ਲਿਖਦੇ ਨੇ, ਕਿਤਾਬਾਂ ਲਿਖਦੇ ਨੇ, ਸਿੱਖ ਧਰਮ ਦੇ ਸੰਬੰਧ 'ਚ ਲਿਖਦੇ ਨੇ, ਸਿੱਖ ਫਿਲਾਸਫੀ ਦੇ ਸੰਬੰਧ ਵਿੱਚ ਲਿਖਦੇ ਨੇ, ਉਹਦੇ ਪ੍ਰਾਰੰਭ ਦੇ ਵਿੱਚ ਗੁਰੂ ਮੰਗਲ ਜਾਂ ਈਸ਼ਵਰ ਮੰਗਲ, ਪਰਮੇਸ਼ਵਰ ਮੰਗਲ ਦਾ ਜ਼ਿਕਰ ਨਹੀਂ ਆਉਂਦਾ। ਉਹਨਾਂ ਨੇ ਵੀ ਉਹ ਕਿਤਾਬਾਂ ਸਿੱਧੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਨੇ, ਜਿਵੇਂ ਪੱਛਮੀ ਸਭਿਅਤਾ ਦੇ ਲੋਕ ਲਿਖਾਰੀ ਲਿਖਦੇ ਨੇ। ਉਹ ਲਿਖਣ ਦੀ ਸ਼ੈਲੀ ਜਿਹੜੀ ਆ ਅੱਜ ਕੱਲ੍ਹ ਦੇ ਪ੍ਰੋਫੈਸਰਾਂ ਉੱਤੇ ਵੀ ਲਾਗੂ ਹੋ ਚੁੱਕੀ ਹੈ। ਆਪ ਭਾਵੇਂ ਈਸ਼ਵਰ ਨੂੰ ਮੰਨਦੇ ਆ, ਗੁਰੂ ਨੂੰ ਮੰਨਦੇ ਆ, ਪਰ ਜਦੋਂ ਪੁਸਤਕ ਲਿਖਦੇ ਨੇ ਉਹਦੇ ਪ੍ਰਾਰੰਭ ਵਿੱਚ ਆਪਣੇ ਇਸ਼ਟ ਦਾ ਮੰਗਲ ਨਹੀਂ ਕਰਦੇ। ਇਹ ਜਿਹੜੀ ਖਬਰ ਹੈ ਉਹਨਾਂ ਨੂੰ ਇੱਦਾਂ ਪ੍ਰਤੀਤ ਹੁੰਦਾ ਵੀ ਸਾਡੀ ਕਿਤਾਬ ਨਹੀਂ ਵਿਕਣੀ, ਕਿਤਾਬ ਵਿਕੇਗੀ ਤਾਂ ਰਾਇਲਟੀ ਆਉਣੀ ਹੈ। ਜੇ ਇੱਦਾਂ ਸਿੱਧੀ ਲਿਖਾਂਗੇ, ਈਸ਼ਵਰ ਦੀ ਹੋਂਦ ਤੋਂ ਬਿਨਾਂ, ਮੰਗਲ ਤੋਂ ਬਿਨਾਂ ਲਿਖਾਂਗੇ ਤੇ ਕਿਤਾਬ ਜਿਹੜਾ ਮਰਜ਼ੀ ਪੜ੍ਹ ਸਕਦਾ ਹੈ। ਐਸਾ ਨਹੀਂ ਹੋਣਾ ਚਾਹੀਦਾ। ਜਿਤਨੇ ਵੀ ਸਾਡੇ ਸਿੱਖ ਸਾਹਿਤ ਦੇ ਗ੍ਰੰਥ ਪੁਰਾਤਨ ਲਿਖੇ ਹੋਏ ਮਿਲਦੇ ਨੇ, ਭਾਵੇਂ ਉਹ ਡਾਕਟਰ ਭਾਈ ਵੀਰ ਸਿੰਘ ਹੋਣਾ ਨੇ ਲਿਖੇ ਨੇ, ਭਾਵੇਂ ਉਹ ਪ੍ਰੋਫੈਸਰ ਪੂਰਨ ਸਿੰਘ ਹੋਣਾ ਨੇ ਲਿਖੇ ਨੇ, ਉਸ ਤੋਂ ਪਿੱਛੇ ਜਾਈਏ ਗਿਆਨੀ ਗਿਆਨ ਸਿੰਘ ਹੋਣਾ ਨੇ ਇਤਿਹਾਸ ਲਿਖਿਆ ਹੈ, ਭਾਈ ਰਤਨ ਸਿੰਘ ਭੰਗੂ ਨੇ ਲਿਖਿਆ ਹੈ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਗੁਰ ਇਤਿਹਾਸ ਲਿਖਿਆ ਹੈ। ਇਸੇ ਤਰ੍ਹਾਂ ਗੁਰਬਿਲਾਸਾਂ ਦੀ ਗੱਲ ਕਰੀਏ, ਗੁਰਬਿਲਾਸ ਪਾਤਸ਼ਾਹੀ ਦਸਵੀਂ ਭਾਈ ਸੁੱਖਾ ਸਿੰਘ ਜੀ ਨੇ, ਭਾਈ ਕੋਇਰ ਸਿੰਘ ਜੀ ਨੇ, ਸ੍ਰੀ ਗੁਰੂ ਸੋਭਾ ਸੈਨਾਪਤੀ ਜੀ ਨੇ ਲਿਖਿਆ। ਇਤਿਹਾਸ ਦੇ ਗ੍ਰੰਥ ਭਾਈ ਮਨੀ ਸਿੰਘ ਸਾਹਿਬ ਨੇ ਸਿੱਖਾਂ ਦੀ ਭਗਤਮਾਲਾ ਲਿਖੀ ਹੈ, ਜਨਮ ਸਾਖੀ ਲਿਖੀ ਹੈ। ਉਹਦੇ ਪ੍ਰਾਰੰਭ ਦੇ ਵਿੱਚ ਉਹ ਮੰਗਲ ਜ਼ਰੂਰ ਲਿਖਦੇ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਦੋਵੇਂ ਮੰਗਲ ਪੁਰਾਤਨ ਗ੍ਰੰਥਾਂ ਦੇ ਵਿੱਚ, ਇਤਿਹਾਸ ਦੇ ਗ੍ਰੰਥਾਂ ਵਿੱਚ ਲਿਖੇ ਹੋਏ ਮਿਲਦੇ ਹੈ। ਭਾਈ ਵੀਰ ਸਿੰਘ ਜੀ ਨੇ ਜੇ ਇਤਿਹਾਸ ਲਿਖਿਆ, ਕਲਗੀਧਰ ਚਮਤਕਾਰ ਲਿਖਿਆ, ਤਾਂ ਉਹਦੇ ਵੀ ਪ੍ਰਾਰੰਭ ਵਿੱਚ ਉਹ ਮੰਗਲ ਜ਼ਰੂਰ ਕਰਦੇ, ਇੱਕ ਓੰਕਾਰ ਸਤਿਗੁਰ ਪ੍ਰਸਾਦ ਲਿਖਦੇ ਨੇ, ਜਾਂ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲਿਖਦੇ ਨੇ। ਤੋ ਇਹ ਮੰਗਲ ਕਰਨ ਦੀ ਪ੍ਰਪਾਟੀ ਪਰੰਪਰਾ ਜੋ ਸਾਡੇ ਅੰਦਰ ਪਹਿਲਾਂ ਚੱਲਦੀ ਸੀ, ਅੱਜ ਦੇ ਵਿਦਵਾਨਾਂ ਨੇ ਅਲੱਗ ਕਰ ਦਿੱਤੀ ਹੈ। ਉਹਨਾਂ ਨੂੰ ਸੁਰਜੀਤ ਕਰਨੀ ਚਾਹੀਦੀ। ਅੱਜ ਵੀ ਬਹੁਤ ਵਿਦਵਾਨ ਹਨ ਜਿਹੜੇ ਪੁਸਤਕ ਲਿਖਣ ਤੋਂ ਪਹਿਲਾਂ ਉੱਪਰ ਪ੍ਰਾਰੰਭ ਵਿੱਚ ਇੱਕ ਓੰਕਾਰ ਸਤਿਗੁਰ ਪ੍ਰਸਾਦ ਲਿਖਦੇ ਨੇ, ਮੰਗਲ ਲਿਖਦੇ ਨੇ, ਤਾਂ ਜੋ ਆਪਣੀ ਆਸਤਕਾਂ ਨੂੰ ਪ੍ਰਗਟ ਕਰ ਸਕਣ। ਤੋ ਉਹਦੇ ਨਾਲ ਗ੍ਰੰਥ ਦੀ ਪ੍ਰਵੇਸ਼ਿਕਾ ਹੋ ਜਾਂਦੀ ਹੈ। ਕਿ ਇਹਦੇ ਵਿੱਚ ਪ੍ਰਵੇਸ਼ਿਕਾ ਕਰੀਏ ਨਾ ਕਰੀਏ, ਮੁੱਢ ਤੋਂ ਹੀ ਵੇਖ ਕੇ ਪਤਾ ਲੱਗ ਜਾਂਦਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ ਪੜ੍ਹ ਕੇ ਵੀ ਰੱਬ ਨੂੰ ਮੰਨਣ ਵਾਲਾ ਇਹਦੀ ਪੁਸਤਕ ਪੜ੍ਹ ਸਕਦੇ ਹਾਂ। ਖੈਰ, ਕੀ ਮਜਬੂਰੀ ਹੋ ਸਕਦੀ ਹੈ ਉਹਨਾਂ ਪ੍ਰੋਫੈਸਰਾਂ, ਡਾਕਟਰਾਂ ਦੀ
ਇਹ ਤਾਂ ਉਹੀ ਜਾਣਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਇੱਕ ਹੈ, ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਤੇ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ, ਸਤ ਦੇ ਉਪਦੇਸ਼ ਦੇਣ ਵਾਲੇ ਗੁਰੂ ਦੀ ਕਿਰਪਾ ਦੁਆਰਾ ਇਸ ਨਿਰੰਕਾਰ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਇਹ ਮੰਗਲਾਚਰਨ ਕਰਦੇ ਹਨ। ਰਾਗ ਰਾਮ ਕਲੀ ਮਹੱਲਾ ਨਾਵਾਂ ਤਿਪਦੇ। ਰਾਗ ਰਾਮ ਕਲੀ ਹੈ, ਮਹੱਲਾ ਨਾਵਾਂ। ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਰਾਗ ਰਾਮ ਕਲੀ ਦੇ ਅੰਦਰ ਇਹ ਪਾਵਨ ਅੰਮ੍ਰਿਤ ਬਚਨ ਉਚਾਰਨ ਕਰਦੇ ਨੇ। ਤੇ ਪਦੇ, ਤਿੰਨ ਪਦੇ ਨੇ ਇਸ ਪਾਵਨ ਸ਼ਬਦ ਦੇ। ਤਿੰਨ ਤਿੰਨ ਪਦਿਆਂ ਵਾਲੇ ਸ਼ਬਦ, ਜਿਵੇਂ ਆਪਾਂ ਪੌੜੀਆਂ ਕਹਿ ਦਿੰਦੇ ਆ ਨਾ, ਵੈਸੇ ਪੌੜੀਆਂ ਵਾਰ ਦੇ ਵਿੱਚ ਨੇ। ਜਿਹੜੀਆਂ ਵਾਰਾਂ ਨੇ 22 ਵਾਰਾਂ, ਉਹਨਾਂ 'ਚ ਪੌੜੀਆਂ ਆਉਂਦੀਆਂ। ਆਮ ਜਿਹੜੇ ਸ਼ਬਦ ਹੁੰਦੇ ਨੇ, ਇਹਨਾਂ ਸ਼ਬਦਾਂ ਨੂੰ ਆਪਾਂ ਉਦਾਂ ਪੌੜੀਆਂ ਕਹਿ ਦਿੰਦੇ ਆ, ਪਰ ਵਾਸਤਵਿਕ ਰੂਪ ਵਿੱਚ ਇਹ ਪਦਾ ਕਿਹਾ ਜਾਂਦਾ ਹੈ। ਪਦੇ, ਚੌਪਦੇ, ਤੇ ਪਦੇ, ਦੋ ਪਦੇ। ਏਦਾਂ ਜਦੋਂ ਇਹਨਾਂ ਦੀ ਗਿਣਤੀ ਆ ਜਾਂਦੀ ਵੀ ਦੋ ਪਦਾਂ ਵਾਲੀਆਂ, ਯਾਨੀ ਕਿ ਦੋ ਪਦੇ ਹੋਣਗੇ ਸ਼ਬਦ। ਇੱਥੇ ਤੇ ਪਦੇ ਸ਼ਬਦ ਆਇਆ, ਇਹਦਾ ਮਤਲਬ ਹੁੰਦਾ ਵੀ ਤਿੰਨ ਪਦਿਆਂ ਵਾਲੇ ਸ਼ਬਦ ਇੱਥੇ ਨੌਵੇਂ ਪਾਤਸ਼ਾਹ ਜੀ ਦੇ ਦਰਜ ਕਰਨ ਲੱਗੇ ਹਾਂ। ਹਾਂਜੀ। ਰੇ ਮਨ ਓਟ ਲਿਹੋ ਹਰ ਨਾਮਾ। ਇਹ ਕਲਗੀਧਰ ਦਾ ਪਰਉਪਕਾਰ ਹੈ, ਜਿਨ੍ਹਾਂ ਨੇ ਤਰਸ ਕਰਕੇ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ। ਦਸ਼ਮੇਸ਼ ਜੀ ਨੇ ਦਰਜ ਕੀਤਾ। ਇਹ ਕਲਗੀਧਰ ਦਾ ਮਹਾਨ ਪਰਉਪਕਾਰ। ਕਈ ਗੁਰਸਿੱਖ ਪੁੱਛਦੇ ਨੇ ਕਿ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਉਹਨਾਂ ਨੇ ਵਿੱਚ ਦਰਜ ਕਰ ਦਿੱਤੀ, ਪਰ ਉਹਨਾਂ ਆਪਣੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਿਉਂ ਨਹੀਂ ਕੀਤੀ? ਦਸਵੇਂ ਪਾਤਸ਼ਾਹ ਜੀ ਦੀ ਬਾਣੀ ਵੱਖਰੀ ਕਿਉਂ ਰੱਖੀ ਗਈ? ਉਹਨਾਂ ਨੇ ਆਪਣੀ ਬਾਣੀ ਵਿੱਚ ਦਰਜ ਕਿਉਂ ਨਹੀਂ ਕੀਤੀ? ਇਹਦਾ ਕਾਰਨ ਹੈ ਕਿ ਸਾਹਿਬ ਜੀ ਨੇ ਤੇ ਆਪਣਾ ਨਾਂ ਵੀ ਨਹੀਂ ਵਿੱਚ ਦਰਜ ਕੀਤਾ ਅਰਦਾਸ ਦੇ। ਇੱਥੇ ਤੱਕ ਤੇਗ ਬਹਾਦਰ ਸਿਮਰਿਆ ਘਰ ਨੌਨ ਦੇ ਆਵੈ ਧਾਏ, ਸਭ ਥਾਈ ਹੋਏ ਸਹਾਇ ਕਹਿ ਕੇ ਮਹਾਰਾਜ ਜੀ ਨੇ ਸਮਾਪਤੀ ਕਰ ਦਿੱਤੀ। ਵਿੱਚ ਆਪਣਾ ਨਾਂ ਤਾਂ ਨਹੀਂ ਦਰਜ ਕੀਤਾ। ਤੇ ਦਸਵੇਂ ਪਾਤਸ਼ਾਹ ਦਾ ਨਾਂ ਕਿਹਨੇ ਦਰਜ ਕੀਤਾ? ਪੰਥ ਨੇ। ਫਿਰ ਦਸਵੇਂ ਪਾਤਸ਼ਾਹ ਦਾ ਨਾਂ ਦਰਜ ਕਰਕੇ ਆਖਿਆ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਇਹਦਾ ਮਤਲਬ ਇਹ ਤਾਂ ਨਹੀਂ ਵੀ ਉਹ ਸਾਡੇ ਦਸਵੇਂ ਪਾਤਸ਼ਾਹ ਨਹੀਂ ਹਨ, ਜੇ ਉਹਨਾਂ ਦਾ ਅਰਦਾਸ ਵਿੱਚ ਉਹਨਾਂ ਨੇ ਆਪਣਾ ਨਾਂ ਨਹੀਂ ਲਿਖਿਆ। ਇੱਕ ਤਾਂ ਇਹ ਕਾਰਨ ਹੈ, ਉਹਨਾਂ ਨੇ ਸਤਿਕਾਰ ਰੱਖਿਆ ਵੱਡਿਆਂ ਸਤਿਗੁਰਾਂ ਦਾ। ਆਪਣੀ ਬਾਣੀ ਨੂੰ ਗੁਰੂ ਸਾਹਿਬ ਦੀ ਬਾਣੀ ਦੇ ਬਰਾਬਰ ਨਹੀਂ ਲਿਖਿਆ। ਦੂਜਾ ਕਾਰਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਕੇਵਲ ਭਗਤੀ ਸਰੋਤ ਹੈ, ਤੇ ਦਸਮ ਗ੍ਰੰਥ ਸਾਹਿਬ ਵਿੱਚ ਸ਼ਕਤੀ ਪ੍ਰਗਟ ਹੁੰਦੀ ਹੈ। ਉਹਦੇ 'ਚ ਰਾਜਨੀਤੀ ਵੀ ਹੈ, ਉਹਦੇ 'ਚ ਜਿਹੜੀਆਂ ਕੂਟਨੀਤੀਆਂ ਸੰਸਾਰ ਵਿੱਚ ਵਰਤਦੀਆਂ ਨੇ ਉਹਦਾ ਵੀ ਜ਼ਿਕਰ ਆਉਂਦਾ ਹੈ। ਇਸ ਕਰਕੇ ਗਰੀਬ ਨਵਾਜ ਸਾਹਿਬ ਨੇ ਆਪਣੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵੱਖਰਿਆਂ ਰੱਖਿਆ, ਕਿਉਂਕਿ ਉਹਦੇ ਵਿੱਚ ਰਾਜਨੀਤੀ ਵੀ ਹੈ, ਉਹਦੇ 'ਚ ਸ਼ਕਤੀ ਦਾ ਪ੍ਰਤੀਕ। ਬੀਰਸੀ ਬਾਣੀ, ਭਗਤੀ ਵੀ ਹੈ ਉਹਦੇ ਵਿੱਚ। ਐਸਾ ਨਹੀਂ ਕਿ ਭਗਤੀ ਨਹੀਂ ਹੈ, ਭਗਤੀ ਵੀ ਹੈ, ਪਰ ਨਾਲ ਬੀਰਸੀ ਬਾਣੀ ਵੀ ਹੈ। ਪਰ ਗੁਰਸਿੱਖ ਦੀ ਦ੍ਰਿਸ਼ਟੀ ਵਿੱਚ ਗੁਰੂ ਕਲਗੀਧਰ ਦੀ ਬਾਣੀ ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੋਵੇਂ ਇੱਕ ਸਮਾਨ ਨੇ। ਤਦੇ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਇੱਕ ਐਸਾ ਸਰੂਪ ਤਿਆਰ ਕੀਤਾ ਜਿਹੜਾ ਅੱਜ ਵੀ ਦਿੱਲੀ ਪਿਆ, ਗੁਲਾਬ ਸਿੰਘ ਸੇਠੀ ਦੇ ਘਰ ਵਿੱਚ। ਉਸ ਪਾਵਨ ਸਰੂਪ ਦੇ ਵਿੱਚ ਭਾਈ ਮਨੀ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਔਰ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਇਕੱਠੀ ਇੱਕੋ ਜਿਲਦ 'ਚ ਰੱਖੀ, ਇੱਕੋ ਜਿਲਦ ਵਿੱਚ। ਪੰਥ ਨੇ ਵਿਚਾਰ ਕੀਤੀ ਵੀ ਦਸਵੇਂ ਪਾਤਸ਼ਾਹ ਜੀ ਨੇ ਤਾਂ ਗੁਰੂ ਗ੍ਰੰਥ ਸਾਹਿਬ ਨਾਲੋਂ ਦਸਮ ਗ੍ਰੰਥ ਸਾਹਿਬ ਦੀ ਬਾਣੀ ਵੱਖਰੀ ਰੱਖੀ, ਭਾਈ ਮਨੀ ਸਿੰਘ ਨੇ ਇਕੱਠੀ ਕੀਤੀ ਹੈ। ਤੋ ਇਹਦੇ ਵਾਸਤੇ ਫਿਰ ਪੰਥ ਦੇ ਵਿਚਾਰ ਨਾਲ ਫਿਰ ਦਸਮ ਦੀ ਬਾਣੀ ਵੱਖਰੀ ਰਹੀ। ਤੋ ਦਸਮ ਗ੍ਰੰਥ ਸਾਹਿਬ ਦੀ ਬਾਣੀ ਵੀ ਗੁਰੂ ਕਲਗੀਧਰ ਦੀ ਬਾਣੀ ਹੈ ਔਰ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਮਨਿੰਦ ਹੈ। ਫਿਰ ਤੀਸਰਾ ਕਾਰਨ ਗੁਰੂ ਗ੍ਰੰਥ ਸਾਹਿਬ ਸਾਰੀ ਮਨੁੱਖਤਾ ਦਾ ਹੈ, ਦਸਮ ਗ੍ਰੰਥ ਸਾਹਿਬ ਕੇਵਲ ਖਾਲਸੇ ਪੰਥ ਦਾ ਹੈ। ਇਹਦੇ ਤੇ ਹੋਰ ਕਿਸੇ ਮਤ ਦਾ, ਕਿਸੇ ਧਰਮ ਦਾ,
ਕਿਸੇ ਫਿਰਕੇ ਦਾ ਕੋਈ ਹੱਕ ਨਹੀਂ। ਗੁਰੂ ਗ੍ਰੰਥ ਸਾਹਿਬ ਕੋਈ ਵੀ ਪੜ੍ਹ ਸੁਣ ਸਕਦਾ, ਪਰ ਸ੍ਰੀ ਦਸਮ ਗ੍ਰੰਥ ਸਾਹਿਬ ਇਹ ਖਾਲਸੇ ਦੀ ਆਪਣੀ ਨਿੱਜੀ ਜਾਇਦਾਦ ਹੈ, ਜਿਹੜੀ ਕਲਗੀਧਰ ਨੇ ਆਪਣੇ ਪੁੱਤਰ ਨੂੰ ਖਾਲਸੇ ਪੰਥ ਨੂੰ ਬਖਸ਼ਿਸ਼ ਕੀਤੀ ਹੈ, ਇਸ ਕਰਕੇ ਵੱਖਰਾ ਹੈ। ਜੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਵੀ ਤਾਂ ਤਖਤ ਲੱਗ ਸਕਦਾ ਸੀ, ਗੁਰੂ ਹਰਗੋਬਿੰਦ ਸਾਹਿਬ ਨੇ ਵੱਖਰਾ ਕਿਉਂ ਬਣਾਇਆ ਅਕਾਲ ਤਖਤ? ਕੱਲ ਨੂੰ ਕੋਈ ਇਹ ਨਾ ਸਵਾਲ ਕਰੇਗਾ, ਛੇਵੇਂ ਪਾਤਸ਼ਾਹ ਨੇ ਅਕਾਲ ਤਖਤ ਸਾਹਿਬ ਵੱਖਰਾ ਕਿਉਂ ਸਿਰਜਿਆ ਭਲਾ? ਹਰਿਮੰਦਰ ਸਾਹਿਬ 'ਚ ਨਹੀਂ ਸੀ ਬਹਿ ਕੇ ਉਹ ਤਖਤ ਲਾ ਸਕਦੇ, ਗੁਰੂ ਸਨ, ਪਰਮੇਸ਼ਵਰ ਸਨ, ਪਰ ਉਹਨਾਂ ਨੇ ਅਕਾਲ ਤਖਤ ਸਾਹਿਬ ਵੱਖਰਾ ਰੱਖਿਆ ਜਿੱਥੇ ਕੇਵਲ ਸਿੱਖਾਂ ਦੇ ਮਸਲੇ ਵਿਚਾਰੇ ਜਾਂਦੇ ਆ, ਖਾਲਸੇ ਦੇ ਗੁਰਮਤੇ ਕੀਤੇ ਜਾਂਦੇ ਆ। ਹਰਿਮੰਦਰ ਸਾਹਿਬ ਸਾਰੇ ਸੰਸਾਰ ਦਾ ਸਾਂਝਾ ਹੈ, ਅਕਾਲ ਤਖਤ ਸਾਹਿਬ ਤੇ ਕੇਵਲ ਖਾਲਸੇ ਪੰਥ ਦਾ ਹੱਕ ਹੈ। ਉੱਥੇ ਪੰਥ ਹੀ ਬਹਿ ਸਕਦਾ, ਪੰਜ ਸਿੰਘ ਸਾਹਿਬਾਨ ਹੀ ਬਹਿ ਸਕਦੇ ਆ, ਜਥੇਦਾਰੀ ਉੱਥੇ ਅਗਵਾਈ ਕਰ ਸਕਦਾ ਹੈ। ਹਾਂ, ਸ਼ਰਨ 'ਚ ਜਿਹੜਾ ਮਰਜ਼ੀ ਆ ਜਾਏ, ਉੱਥੇ ਆ ਕੇ ਜਿਹੜਾ ਮਰਜ਼ੀ ਪੁਕਾਰ ਕਰ ਸਕਦਾ। ਮੁਸਲਮਾਨ ਵੀ ਆਉਂਦੇ ਆ ਉੱਥੇ ਪੁਕਾਰਾਂ ਕਰਨ, ਹਿੰਦੂ ਵੀ ਆਉਂਦੇ ਆ, ਪਰ ਉੱਥੋਂ ਦਾ ਜਿਹੜਾ ਪ੍ਰਬੰਧ ਹੈ ਉਹ ਕੇਵਲ ਪੰਥ ਦੇ ਹੱਥ 'ਚ ਰਹਿਣਾ। ਪੰਥ ਨੇ ਉੱਥੇ ਬਹਿ ਕੇ ਤਖਤ ਵੱਖਰਾ ਰੱਖਿਆ, ਰਾਜਨੀਤੀ ਹੈ ਨਾ, ਤੇ ਧਰਮ ਤੇ ਰਾਜਨੀਤੀ ਨੂੰ ਇਕੱਠਿਆਂ ਵੀ ਕਰ ਦਿੱਤਾ ਤੇ ਵੱਖਰਿਆਂ ਵੀ ਰੱਖਿਆ। ਜਿੱਥੇ ਧਰਮ ਹੈ ਉੱਥੇ ਰਾਜਨੀਤੀ ਨਹੀਂ, ਜਿੱਥੇ ਰਾਜਨੀਤੀ ਹੈ ਉੱਥੇ ਧਰਮ ਦਾ ਪ੍ਰਭਾਵ ਜ਼ਰੂਰ ਹੋਣਾ ਚਾਹੀਦਾ, ਇਹ ਗੱਲ ਹੈ। ਜਿੱਥੇ ਧਰਮ ਉੱਥੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਧਰਮ ਦੇ ਮੁੱਦੇ ਤੇ ਰਾਜਨੀਤੀ ਕਰਨ ਵਾਲਾ ਵੱਡਾ ਸ਼ੈਤਾਨ ਹੈ ਔਰ ਦਾਨਵ ਤੇ ਰਾਖਸ਼ ਹੈ, ਜਿਹੜਾ ਧਰਮ ਦੇ ਨਾਂ ਤੇ ਰਾਜਨੀਤੀ ਕਰਦਾ। ਪਰ ਰਾਜਨੀਤੀ 'ਚ ਧਰਮ ਹੋਵੇ, ਧਰਮ ਉਹ ਜਿਹੜਾ ਵਿਆਪਕ ਧਰਮ ਹੋਵੇ, ਨਹੀਂ ਕਿ ਮੇਰਾ ਫਿਰਕਾ ਅੱਗੇ ਵਧਣਾ ਚਾਹੀਦਾ ਉਹਦੇ ਲਈ ਦੂਜੇ ਫਿਰਕਿਆਂ ਦੇ ਗਲ ਕੱਟ ਦਈਏ। ਧਰਮ ਦਾ ਮਤਲਬ ਵਿਆਪਕ ਹੋਣਾ ਚਾਹੀਦਾ, ਵੀ ਜਿਹਦੇ ਨਾਲ ਲੋਕਾਂ ਦੀ ਕਲਿਆਣ ਹੋ ਸਕੇ, ਜੀਵਾਂ ਦਾ ਭਲਾ ਹੋ ਸਕੇ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਕਰਕੇ ਇਹ ਕਲਗੀਧਰ ਸਾਹਿਬ ਜੀ ਨੇ ਸਾਡੇ ਤੇ ਮਹਾਨ ਪਰਉਪਕਾਰ ਕੀਤਾ ਹੈ। ਨੌਵੇਂ ਪਾਤਸ਼ਾਹ ਜੀ ਦੇ ਪਾਵਨ ਅੰਮ੍ਰਿਤ ਬਚਨ ਚੱਲਦੇ ਹਨ। ਜਾ ਕੈ ਸਿਮਰਨ ਦੁਰਮਤ ਨਾਸੈ, ਪਾਵੈ ਪਦ ਨਿਰਬਾਨਾ। ਇਹ ਮਨ ਓਟ ਲਿਓ ਹਰ ਨਾਮਾ। ਨੌਵੇਂ ਪਾਤਸ਼ਾਹ ਫਰਮਾਉਂਦੇ ਨੇ, ਹੇ ਮੇਰਿਆ ਮਨਾ, ਹਰੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦੀ ਓਟ ਲੈ, ਅਕਾਲ ਪੁਰਖ ਦੇ ਨਾਮ ਦਾ ਆਸਰਾ ਲੈ। ਨਿਰੰਕਾਰ ਦੇ ਨਾਮ ਤੋਂ ਬਿਨਾਂ ਨਹੀਂ ਤੇਰਾ ਕਿਸੇ ਨੇ ਭਲਾ ਕਰਨਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਪਰਮੇਸ਼ਰ ਦੇ ਨਾਮ ਦੀ ਓਟ ਲੈ, ਆਸਰਾ ਸਭ ਤੋਂ ਵੱਡਾ ਆਸਰਾ ਹਰੀ ਦੇ ਨਾਮ ਦਾ ਹੈ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕੋਈ ਆਸਰਾ ਨਹੀਂ ਹੈ, ਬਾਕੀ ਸਾਰੇ ਆਸਰੇ ਝੂਠੇ ਨੇ। ਇੱਕ ਨਿਰੰਕਾਰ ਪਰਮੇਸ਼ਰ ਦੇ ਨਾਮ ਦਾ ਹੀ ਆਸਰਾ ਸਤ ਹੈ, ਸदैवी ਹੈ, ਸਦਾ ਰਹਿਣ ਵਾਲਾ ਹੈ। ਇਸ ਕਰਕੇ ਮੇਰਿਆ ਮਨਾ, ਹਰੀ ਦੇ ਨਾਮ ਦੀ ਓਟ ਲੈ। ਜਾਂ ਕਾ ਸਿਮਰਨ ਦੁਰਮਤ ਨਾਸੈ, ਪਰਮੇਸ਼ਰ ਦਾ ਨਾਮ ਇਹੋ ਜੀਆਂ ਬਰਕਤਾਂ ਵਾਲਾ ਹੈ ਕਿ ਉਹਦਾ ਸਿਮਰਨ ਕੀਤਿਆਂ ਖੋਟੀ ਮੱਤ ਬਿਨਸ ਜਾਂਦੀ, ਭੈੜੀ ਮੱਤ ਚਲੀ ਜਾਂਦੀ। ਨਾਮ ਸਿਮਰਨ ਦਾ ਕੋਈ ਪ੍ਰਤਾਪ ਜਾਣਨਾ ਚਾਹੇ ਤਾਂ ਨੌਵੇਂ ਪਾਤਸ਼ਾਹ ਦੱਸਦੇ ਨੇ, ਦਰਸਾਉਂਦੇ ਨੇ ਕਿ ਪਰਮੇਸ਼ਰ ਦੇ ਨਾਮ ਦੇ ਸਿਮਰਨ ਦੁਆਰਾ ਦੁਰਮਤ ਨਸ ਜਾਂਦੀ ਹੈ, ਖੋਟੀ ਮੱਤ ਦਾ ਨਾਸ ਹੋ ਜਾਂਦਾ ਹੈ। ਜਿਹੜੀ ਭੈੜੀ ਮੱਤ ਹੈ ਚਲੀ ਜਾਂਦੀ, ਦੁਰਮਤ ਨਸ ਹੈ। ਪਾਵ ਹੈ ਪਦ ਨਿਰਵਾਣਾ, ਨਿਰਵਾਣ ਪਦਵੀ ਦੀ ਪ੍ਰਾਪਤੀ ਹੁੰਦੀ। ਨਿਰਵਾਣ ਕਹਿੰਦੇ ਨੇ ਨਿਰਵਾਣ ਨੂੰ ਪ੍ਰਾਪਤ ਹੋ ਗਿਆ, ਇਹ ਨਿਰਵਾਣ ਪਦ ਨੂੰ ਜਾ ਪਹੁੰਚਿਆ। ਯਾਨੀ ਕਿ ਉਹ ਪਦਵੀ ਜਿੱਥੇ ਕਿਸੇ ਪ੍ਰਕਾਰ ਦੀ ਕੋਈ ਆਦਤ ਨਾ ਰਹੇ, ਉਹਨੂੰ ਕਹਿੰਦੇ ਨਿਰਵਾਣ। ਨਿਰਵਾਣ ਪਦਵੀ ਜਿੱਥੇ ਕਿਸੇ ਤਰ੍ਹਾਂ ਦੀ ਕੋਈ ਆਦਤ ਨਾ ਰਹੇ। ਹੁਣ ਸਾਡੀ ਆਦਤ ਹੈ ਜੰਮਣਾ ਮਰਨਾ, ਉਹ ਪਦਵੀ ਜਿੱਥੇ ਜਨਮ ਤੇ ਮਰਨ ਦੀ ਆਦਤ ਵੀ ਨਾ ਰਹੇ। ਜੀਵ ਦੇ ਜਿਹੜੇ ਧਰਮ ਨੇ, ਜੰਮਣਾ ਮਰਨਾ, ਬਚਪਨ ਚ ਆਉਣਾ, ਬੁਢੇਪੇ ਚ ਆਉਣਾ, ਜਵਾਨੀ ਚ ਆਉਣਾ, ਇਹ ਜੀਵ ਦੇ ਧਰਮ ਨੇ। ਵਧਣਾ ਘਟਣਾ
ਜਿੱਥੇ ਜਾ ਕੇ ਇਹ ਸਾਰਾ ਕੁਝ ਖਤਮ ਹੋ ਜਾਏ ਉਹਨੂੰ ਕਹਿੰਦੇ ਨੇ ਨਿਰਵਾਣ। ਜਿੱਥੇ ਨਾ ਜੰਮਣਾ ਹੈ, ਨਾ ਮਰਨਾ ਹੈ, ਨਾ ਵਧਣਾ ਹੈ, ਨਾ ਘਟਣਾ ਹੈ, ਨਾ ਬਚਪਨ ਹੈ, ਨਾ ਬੁਢੇਪਾ ਹੈ, ਨਾ ਜਵਾਨੀ ਹੈ, ਜਿੱਥੇ ਨਾ ਨਾਰ ਹੈ ਨਾ ਪੁਰਖ ਹੈ। ਇਹ ਸਰੀਰ ਦੇ ਤਲ ਤੇ ਰਹਾਂਗੇ, ਜੀਵ ਪੁਰਖ ਇਸਤਰੀ ਦੇ ਭੇਦ ਵਿੱਚ ਵੀ ਹੈ। ਉੱਥੇ ਨਾਰ ਨਾ ਪੁਰਖ ਨਾ ਪੰਖਣੂ, ਉਹ ਅਵਸਥਾ ਨਿਰਵਾਣ ਪਦਵੀ ਦੀ ਐਸੀ ਹੈ ਜਿੱਥੇ ਨਾ ਇਸਤਰੀ ਹੈ, ਨਾ ਪੁਰਖ ਹੈ, ਤੇ ਨਾ ਪੰਖਣੂ ਹਿਜੜਾ ਹੈ। ਤਿੰਨ ਜੀਵਾਂ ਦੀ ਕੈਟਾਗਰੀਆਂ ਨੇ, ਉਹ ਤਿੰਨਾਂ ਦਾ ਭਾਵ ਨਹੀਂ ਰਹਿ ਜਾਂਦਾ। ਜਿੱਥੇ ਕੇਵਲ ਆਤਮ ਰਾਮ ਦਾ ਹੀ ਪ੍ਰਕਾਸ਼ ਹੁੰਦਾ ਹੈ, ਉਸ ਪਦਵੀ ਦੀ ਪ੍ਰਾਪਤੀ ਹੁੰਦੀ ਹੈ ਪਰਮੇਸ਼ਰ ਦੇ ਸਿਮਰਨ ਦੇ ਨਾਲ। ਰਹਾਉ ਬੜ ਭਾਗੀ ਤਿਹ ਜਨ ਕੋ ਜਨ ਹੋ, ਜੋ ਹਰ ਕੀ ਗੁਣ ਗਾਵੇ। ਜਿਹੜਾ ਹਰੀ ਦੇ ਗੁਣ ਗਾਉਂਦਾ ਉਸ ਜਨ ਦੇ ਵੱਡੇ ਭਾਗ ਨੇ। ਉਸ ਜਨ ਦੇ ਵੱਡੇ ਭਾਗ, ਸ੍ਰੇਸ਼ਟ ਭਾਗ, ਸਰਵੋਤਮ ਭਾਗ ਨੇ। ਜਿਹੜਾ ਹਰੀ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਂਦਾ ਹੈ। ਜਨਮ ਜਨਮ ਕੇ ਪਾਪ ਖੋਏ ਕੈ, ਫੁਨ ਬੈ ਪੁੰਠ ਸਿਧਾਵੈ। ਜਿਹੜਾ ਪਰਮੇਸ਼ਰ ਦੇ ਗੁਣ ਗਾਉਂਦਾ ਉਹਦੇ ਜਨਮਾਂ ਜਨਮਾਂ ਦੇ ਪਾਪ ਖੋਏ ਜਾਂਦੇ ਨੇ। ਉਹ ਜਨਮਾਂ ਜਨਮਾਂ ਦੇ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ। ਔਰ ਫੁਨ ਫਿਰ ਉਹਨੂੰ ਵੈਕੁੰਠ ਦੀ ਪ੍ਰਾਪਤੀ ਹੁੰਦੀ। ਵੈਕੁੰਠ ਜਾਂ ਬੈਕੁੰਠ ਦਾ ਮਤਲਬ ਹੁੰਦਾ ਹੈ ਜਿੱਥੇ ਕੁੰਠਾ ਨਹੀਂ ਰਹਿ ਜਾਂਦੀ। ਕੁੰਠਾ ਦਾ ਮਤਲਬ ਹੁੰਦਾ ਦਵੰਦ, ਹਰਖ, ਸੋਗ, ਜਨਮ ਮਰਨ। ਜਿੱਥੇ ਕੁੰਠਾ ਨਾ ਰਹੇ ਉਹਨੂੰ ਕਹਿੰਦੇ ਨੇ ਬੈਕੁੰਠ। ਉਸ ਬੈਕੁੰਠ ਦੇ ਵਿੱਚ ਉਸ ਗੁਰਸਿੱਖ ਨੂੰ ਨਿਵਾਸ ਪ੍ਰਾਪਤ ਹੁੰਦਾ ਹੈ ਜਿਹੜਾ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਸਿਮਰਨ ਕਰਦਾ ਹੈ। ਹਾਂਜੀ। ਅਜਾ ਮਲ ਕਉ ਅੰਤ ਕਾਲ ਮਹਿ, ਨਾਰਾਇਣ ਸੁਧ ਆਈ। ਅਜਾ ਮਲ, ਅਜਾ ਮਲ ਕਿੱਡਾ ਵੱਡਾ ਪਾਪੀ ਸੀ, ਬ੍ਰਾਹਮਣ ਸੀ। ਇਹ ਆਪਣੇ ਗੁਰੂ ਦੀ ਸੇਵਾ ਕਰਦਿਆਂ ਕਰਦਿਆਂ ਭਟਕ ਗਿਆ, ਇੱਕ ਵੇਸ਼ਵਾ ਦੇ ਪ੍ਰੇਮ 'ਚ ਪੈ ਗਿਆ। ਵੇਸ਼ਵਾ ਦੇ ਪ੍ਰੇਮ 'ਚ ਐਸਾ ਪਿਆ, ਸ਼ਾਦੀ ਕਰ ਲਈ, ਉਹਦੇ ਨਾਲ 11 ਪੁੱਤਰ ਜੰਮੇ। 11ਵਾਂ ਪੁੱਤਰ ਜਦੋਂ ਜੰਮਿਆ ਤੇ ਮਨ 'ਚ ਸੰਕਲਪ ਹੋਇਆ ਜਿਹੜੇ ਗੁਰੂ ਨੇ ਮੈਨੂੰ ਸਿੱਖਿਆ ਦਿੱਤੀ ਅੱਜ ਉਹਦੇ ਕੋਲ ਚੱਲੀਏ। ਗਿਆ, ਉਹਨੂੰ ਜਾ ਕੇ ਦੱਸਿਆ ਵੀ ਇਹ ਮੇਰਾ 11ਵਾਂ ਪੁੱਤਰ ਹੈ। ਉਹਨੇ ਆਖਿਆ ਏਦਾਂ ਕਰ, ਇਹਦਾ ਨਾਂ ਨਾਰਾਇਣ ਰੱਖ ਦੇ। ਹੁਣ ਗੁਰੂ ਕੋਈ ਨਾ ਕੋਈ ਮਾਰਗ ਦਾ, ਮੁਕਤੀ ਦਾ ਮਾਰਗ ਦੱਸ ਹੀ ਦਿੰਦਾ ਨਾ, ਜਿੰਨਾ ਮਰਜ਼ੀ ਬੰਦਾ ਫਸਿਆ ਹੋਵੇ। ਗੁਰੂ ਜਿਹੜਾ ਹੁੰਦਾ ਉਹ ਆਪਣੇ ਸੇਵਕ ਨੂੰ, ਆਪਣੇ ਸ਼ਿਸ਼ ਨੂੰ ਮੁਕਤੀ ਦਾ ਰਸਤਾ ਜ਼ਰੂਰ ਦੱਸਦਾ। ਉਸ ਸ਼ਿਸ਼ ਦੇ ਉੱਤੇ ਨਿਰਭਰ ਹੈ ਵੀ ਉਹ ਉਸ ਰਸਤੇ ਤੇ ਚੱਲਦਾ ਕਿ ਨਹੀਂ ਚੱਲਦਾ। ਨਾ ਵੀ ਕਰ ਸਕਦਾ ਸੀ ਵੀ ਮੈਂ ਨਹੀਂ ਰੱਖਣਾ ਆਪਣੇ ਪੁੱਤ ਦਾ ਨਾਮ ਨਾਰਾਇਣ। ਚਲੋ ਉਹਨੇ ਸਤਿਕਾਰ ਕੀਤਾ, ਬਚਨ ਮੰਨਿਆ, ਛੋਟੇ ਪੁੱਤਰ ਦਾ ਨਾਮ ਨਾਰਾਇਣ ਰੱਖ ਦਿੱਤਾ। ਹੁਣ ਅੰਤ ਤਾਂ ਆਉਂਦਾ ਹੀ ਆ ਹਰ ਇੱਕ ਦਾ। ਆਜਾ ਮਲ ਦੀ ਵੀ ਮੌਤ ਆ ਗਈ। ਅੰਤਲੇ ਸਾਹਾਂ ਤੇ ਸੀ। ਛੋਟੇ ਪੁੱਤਰ ਨਾਲ ਸੁਭਾਵਿਕ ਸਨੇਹ ਜ਼ਿਆਦਾ ਹੋ ਗਿਆ। ਅਖੀਰ ਨੂੰ ਉਹਦਾ ਹੀ ਨਾਂ ਚੇਤੇ ਆਇਆ ਤੇ ਉਹਨੂੰ ਆਵਾਜ਼ ਮਾਰੀ, ਨਾਰਾਇਣ ਪੁੱਤਰ ਪਾਣੀ ਦਿਓ। ਉਹ ਹੁਣ ਨੇੜੇ ਨਹੀਂ ਸੀ। ਨਾਰਾਇਣ ਪੁੱਤਰ ਪਾਣੀ ਦੇ। ਪਹਿਲਾਂ ਤਾਂ ਪੁੱਤਰ ਦਾ ਸਮਝ ਕੇ ਨਾਰਾਇਣ ਪੁੱਤਰ ਪਾਣੀ ਦੇ ਕਹਿੰਦਾ ਰਿਹਾ। ਮੁੜ ਕੇ ਸਮਝ ਆਈ ਨਾਰਾਇਣ ਵੀ ਇਹ ਤਾਂ ਨਾਰਾਇਣ ਸੰਸਾਰ ਦਾ ਪੁੱਤਰ ਹੈ, ਇਹਨੇ ਹੁਣ ਨਾਲ ਨਹੀਂ ਨਿਭਣਾ, ਹੁਣ ਤਾਂ ਉਸ ਨਾਰਾਇਣ ਨੇ ਨਾਲ ਨਿਭਣਾ। ਜੇ ਇਹਦੇ ਮੋਹ 'ਚ ਫਸ ਗਿਆ ਤੇ ਫਿਰ ਜਾ ਕੇ ਸੂਰ ਦੀ ਜੂਨੀ 'ਚ ਪੈਣਾ ਪਏਗਾ। ਕਿਉਂਕਿ ਅੰਤਕਾਲ ਵਿੱਚ ਜਿਹੜੇ ਲੜਕਿਆਂ ਨੂੰ ਸਿਮਰਦੇ ਆ, ਪੁੱਤਰਾਂ ਧੀਆਂ ਨੂੰ ਸਿਮਰਦੇ ਆ, ਸੂਰ ਦੀ ਜੂਨੀ ਪੈਂਦੇ ਆ। ਭਗਤ ਲੋਚਨ ਜੀ ਦੇ ਬਚਨ। ਤੇ ਹੁਣ ਤਾਂ ਮੁਕਤ ਹੋਣ ਦਾ ਵੇਲਾ ਹੈ। ਬਸ ਹੁਣ ਉਹ ਨਾਰਾਇਣ ਚੇਤੇ ਆ ਗਿਆ। ਹੇ ਨਾਰਾਇਣ ਰੱਖ,
ਨਾਰਾਇਣ ਨਾਰਾਇਣ ਕਰਦਿਆਂ ਇਹਨੇ ਆਪਣਾ ਸਰੀਰ ਤਿਆਗ ਦਿੱਤਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਉਹਦਾ ਜ਼ਿਕਰ ਇੱਥੇ ਦੇ ਕਰ ਰਹੇ ਨੇ। ਅਜਾ ਮਲ ਕੋ ਅੰਤ ਕਾਲ ਮਹਿ ਨਾਰਾਇਣ ਸੁਧ ਆਈ। ਅਜਾ ਮਲ ਆਮ ਕਰਕੇ ਕਈ ਵੀਰ ਪੜ੍ਹ ਦਿੰਦੇ ਨੇ ਅਜਾਮਲ, ਪਰ ਮਹਾਂਪੁਰਸ਼ ਕਹਿੰਦੇ ਇਹਨੂੰ ਪੜ੍ਹੋ ਅਜਾਮਲ। ਅਜਾਮਲ ਨੂੰ ਅੰਤ ਕਾਲ ਵੇਲੇ ਨਾਰਾਇਣ ਨਾਰਾਇਣ ਪਰਮੇਸ਼ਰ ਦਾ ਨਾਮ ਜਿਹੜਾ ਸੀ ਉਹਦੀ ਸੋਝੀ ਆਈ। ਜਾਂ ਗਤ ਕੋ ਜੋਗੀ ਸੁਰ ਬਾਛਤ ਸੋ ਗਤ ਛਿਨ ਮਹਿ ਪਾਈ। ਜਿਸ ਗਤ ਨੂੰ ਜਿਸ ਮੁਕਤੀ ਨੂੰ ਯੋਗੀ ਵੀ ਬਾਛਦੇ ਨੇ ਪਰ ਉਹਨਾਂ ਨੂੰ ਨਹੀਂ ਮਿਲਦੀ। ਯੋਗੀਸ਼ਰ ਵੀ ਚਾਹੁੰਦੇ ਨੇ ਕਿ ਸਾਨੂੰ ਮੁਕਤੀ ਮਿਲ ਜੇ। ਮੁਕਤੀ ਕਿਹੜਾ ਨਹੀਂ ਚਾਹੁੰਦਾ ਸੰਸਾਰ 'ਚ? ਆ ਜਿਹੜੇ ਮਾਰਕਸਵਾਦੀ ਨੇ, ਜਿਹੜੇ ਕਾਮਰੇਡ ਨੇ, ਜਿਹੜੇ ਆ ਚਾਰ ਵਾਕੀਏ ਨੇ, ਇਹ ਵੀ ਤਾਂ ਮੁਕਤੀ ਚਾਹੁੰਦੇ ਆ। ਰੱਬ ਨੂੰ ਮੰਨਣ ਨਾ ਮੰਨਣ ਪਰ ਮੁਕਤੀ ਚਾਹੁੰਦੇ ਆ। ਕਿਹੋ ਜੀ ਮੁਕਤੀ ਚਾਹੁੰਦੇ ਆ? ਦੁੱਖ ਦੀ ਨਿਰਵਿਰਤੀ ਔਰ ਸੁੱਖ ਦੀ ਪ੍ਰਾਪਤੀ, ਇਹਦਾ ਨਾਮ ਹੀ ਮੁਕਤੀ ਹੈ। ਮੇਰਾ ਦੁੱਖ ਕੱਟਿਆ ਜਾਏ, ਮੈਨੂੰ ਸੁੱਖ ਦੀ ਪ੍ਰਾਪਤੀ ਹੋ ਜਾਵੇ, ਇਸ ਨੂੰ ਮੁਕਤੀ ਕਹਿੰਦੇ ਆ। ਹੁਣ ਕਿਸੇ ਨੇ ਸੁੱਖ ਕਿਹਦੇ 'ਚ ਮੰਨਿਆ, ਕਿਸੇ ਨੇ ਕਿਹਦੇ 'ਚ ਮੰਨਿਆ। ਕੋਈ ਪੈਸੇ 'ਚ ਸੁੱਖ ਮੰਨੀ ਬੈਠਾ, ਕੋਈ ਪਦਾਰਥਾਂ 'ਚ ਸੁੱਖ ਮੰਨੀ ਬੈਠਾ। ਠੰਡੇ ਇਲਾਕਿਆਂ 'ਚ ਰਹਿਣ ਵਾਲੇ ਜਿਹੜੇ ਲੋਕ ਨੇ ਉਹ ਗਰਮ ਇਲਾਕੇ ਦਾ ਜਿਹੜਾ ਸੁੱਖ, ਗਰਮੀ ਨੂੰ ਉਹਨੂੰ ਸੁੱਖ ਮੰਨਦੇ ਆ। ਗਰਮ ਇਲਾਕਿਆਂ 'ਚ ਰਹਿਣ ਵਾਲੇ ਸਰਦ ਇਲਾਕਿਆਂ ਨੂੰ ਸੁੱਖ ਮੰਨੀ ਬੈਠੇ ਆ। ਸੁੱਖ ਸਾਰਿਆਂ ਨੇ ਕਿਸੇ ਨਾ ਕਿਸੇ ਸ਼ੈ ਨੂੰ ਮੰਨਿਆ ਹੋਇਆ, ਪਰ ਅਸਲ ਦੇ ਵਿੱਚ ਸੁੱਖ ਇਹਨਾਂ ਪਦਾਰਥਾਂ ਵਿੱਚ ਨਹੀਂ, ਨਾ ਇਸ ਸੰਸਾਰ ਦੀ ਕਿਸੇ ਸ਼ੈ ਵਿੱਚ ਹੈ। ਸੁੱਖ ਆਪਣਾ ਹੀ ਅੰਦਰ ਦਾ ਇੱਕ ਅਕਸ਼ ਤੇ ਪ੍ਰਤੀਬਿੰਬ ਹੈ। ਜਦੋਂ ਸੰਸਾਰ ਦੇ ਕਿਸੇ ਪਦਾਰਥ ਵਿੱਚ ਪੈਂਦਾ ਤੇ ਸਾਨੂੰ ਉਹਦੇ 'ਚ ਦਿਸਣ ਲੱਗ ਪੈਂਦਾ। ਆਪਣੇ ਆਪੇ ਦਾ ਹੀ ਸੁੱਖ ਹੈ ਜਿਹੜਾ ਕਿਸੇ ਵਸਤੂ ਵਿੱਚ ਦਿਸਿਆ। ਜਿਵੇਂ ਬੱਚੇ ਨੂੰ ਅੰਗੂਠੇ ਵਿੱਚੋਂ ਹੀ ਸੁੱਖ ਮਿਲੀ ਜਾਂਦਾ ਚੁੰਗ ਚੁੰਗ ਕੇ, ਹਾਲਾਂਕਿ ਉਹਦੇ ਵਿੱਚੋਂ ਤਾਂ ਕੁਝ ਨਹੀਂ ਲੱਭਦਾ ਉਹਨੂੰ। ਆਪਣੇ ਮੂੰਹ ਦੀ ਜਿਹੜੀ ਉਹਦੀ ਲਾਰ ਹੁੰਦੀ ਹੈ ਉਹ ਅੰਗੂਠੇ ਦੇ ਨਾਲ ਲੱਗ ਕੇ ਉਹਦੇ ਅੰਦਰ ਜਾਂਦੀ। ਉਹ ਸਮਝਦਾ ਅੰਗੂਠੇ ਚੋਂ ਕੁਝ ਨਿਕਲਦਾ ਹੈ, ਅੰਗੂਠੇ ਚੋਂ ਤਾਂ ਨਹੀਂ ਨਿਕਲ ਰਿਹਾ ਕੁਝ। ਉਹ ਤਾਂ ਉਹਦੇ ਆਪਣੇ ਅੰਦਰ ਦੀ ਲਾਰ ਹੈ ਜਿਹੜੀ ਅੰਗੂਠੇ ਦੇ ਨਾਲ ਉਹਨੂੰ ਲੱਗ ਕੇ ਜਾਪਦੀ ਹੈ, ਅੰਗੂਠੇ ਚੋਂ ਆ ਰਹੀ ਹੈ। ਇਸੇ ਤਰ੍ਹਾਂ ਸੰਸਾਰ ਦੇ ਜਿਤਨੇ ਵੀ ਪਦਾਰਥ ਨੇ ਉਹਨਾਂ 'ਚ ਸੁੱਖ ਨਹੀਂ ਹੈ। ਸੁੱਖ ਸਾਡੇ ਨਿਜ ਆਪੇ ਦਾ ਹੈ ਜਿਹੜਾ ਸਾਨੂੰ ਅੰਦਰੋਂ ਪ੍ਰਾਪਤ ਹੁੰਦਾ, ਪਰ ਸਾਨੂੰ ਏਦਾਂ ਲੱਗਦਾ ਵੀ ਇਸ ਪਦਾਰਥ ਚੋਂ ਆ ਰਿਹਾ ਹੈ। ਕਦੇ ਮੂਰਛਿਤ ਬੰਦੇ ਨੂੰ ਕਿਸੇ ਚੰਗੇ ਵਧੀਆ ਵਾਹਨ ਤੇ ਸਵਾਰ ਕਰਕੇ ਲੈ ਜਾਓ ਬੇਹੋਸ਼ੀ ਹਾਲਤ ਵਿੱਚ, ਉਹਨੂੰ ਕੀ ਪਤਾ? ਯਾਨੀ ਕਿ ਵਾਹਨ ਦਾ ਸੁੱਖ ਨਹੀਂ। ਜੇ ਵਾਹਨ ਦਾ ਸੁੱਖ ਹੁੰਦਾ ਤਾਂ ਉਹਨੂੰ ਪਤਾ ਲੱਗਦਾ। ਹੁਣ ਉਹੀ ਮਨੁੱਖ ਜਾਗਰਤ ਵਿੱਚ ਹੈ, ਚੇਤਨ ਹੈ, ਉਹ ਅੰਦਰ ਸੁੱਖ ਦਾ ਅਨੁਭਵ ਕਰ ਸਕਦਾ ਤੇ ਉਹਨੂੰ ਜਾਪਦਾ ਵੀ ਇਹਦੇ 'ਚ ਸੁੱਖ ਮਿਲ ਰਿਹਾ, ਪਰ ਉਹਦੇ 'ਚ ਫਿਰ ਵੀ ਸੁੱਖ ਨਹੀਂ। ਸੁੱਖ ਫਿਰ ਇਹਦੇ ਨਿਜ ਆਪੇ ਦਾ ਹੀ ਹੈ। ਤੋ ਯੋਗੀ ਵੀ ਚਾਹੁੰਦੇ ਨੇ ਮੁਕਤ ਹੋਣਾ। ਜਿਸ ਮੁਕਤੀ ਨੂੰ ਯੋਗੀ ਵੀ ਬਾਛਦੇ ਨੇ ਉਹ ਮੁਕਤੀ ਅਜਾਮਲ ਨੇ ਇੱਕ ਛਿਨ 'ਚ ਪ੍ਰਾਪਤ ਕਰ ਲਈ। ਵੇਖੋ ਨਾਰਾਇਣ ਦੇ ਨਾਮ ਦੀ ਬਰਕਤ। ਕੋਈ ਪੂਰਬਲੇ ਜਨਮਾਂ ਦੇ ਜਪ ਤਪ ਸਨ ਕਿ ਅੰਤ ਵੇਲੇ ਉਹਨੂੰ ਨਾਰਾਇਣ ਦਾ ਨਾਮ ਚੇਤੇ ਆਇਆ। ਜੇ ਕੋਈ ਉਹਦੇ ਕਰਮ ਅੱਛੇ ਨਾ ਹੁੰਦੇ, ਪੂਰਬਲੇ ਜਨਮਾਂ ਦੇ ਕੋਈ ਸਾਧਨ ਅੱਛੇ ਨਾ ਹੁੰਦੇ ਤਾਂ ਐਸਾ ਨਾ ਹੁੰਦਾ। ਕੋਈ ਕਰਮ ਸਨ ਜਿਨ੍ਹਾਂ ਨੇ ਫਲ ਦਿੱਤਾ। ਔਰ ਮੇਰੇ ਸਾਹਿਬ ਨੇ, ਪਾਤਸ਼ਾਹ ਨੇ ਇੱਥੇ ਉਹਦੀ ਉਦਾਹਰਣ ਦਿੱਤੀ ਹੈ ਕਿ ਜਿਸ ਮੁਕਤੀ ਨੂੰ ਯੋਗੀਸ਼ਰ ਵੀ ਬਾਛਦੇ ਨੇ ਉਹ ਮੁਕਤੀ ਇੱਕ ਛਿਨ ਵਿੱਚ ਅਜਾਮਲ ਨੂੰ ਪ੍ਰਾਪਤ ਹੋ ਗਈ। ਨਾਹਿਨ ਗੁਣ ਨਾਹਿਨ ਕਛ ਵਿਦਿਆ ਧਰਮ ਕੌਣ ਗਜ ਕੀਨਾ। ਹੁਣ ਉਹ ਹਾਥੀ ਜਿਹੜਾ ਇੱਕ ਤਲਾਬ ਦੇ ਵਿੱਚ ਤੰਦੂਏ ਨੇ ਇਹੋ ਜਿਹਾ ਗਰਸ ਲਿਆ, ਇਹੋ ਜਿਹਾ ਗਰਸਿਆ, ਲੈਣ ਦੇਣ ਸੀ ਉਸ ਤੰਦੂਏ ਨਾਲ ਪੂਰਬਲੇ ਜਨਮ ਦੇ ਕਰਮਾਂ ਦਾ। ਵੱਡੀ ਸਾਖੀ ਸੁਣਾਈ ਜਾਂਦੀ ਹੈ, ਪਰ ਉਹਨੂੰ ਸੋਝੀ ਆ ਗਈ ਵੀ ਹੁਣ ਨਹੀਂ ਕੋਈ ਬਚਾਉਣ ਵਾਲਾ।
ਉਸੇ ਦਰਿਆ ਉਸ ਤਲਾਬ ਦੇ ਵਿੱਚੋਂ ਕਮਲ ਦਾ ਫੁੱਲ ਸੁੰਡ ਨਾਲ ਤੋੜਿਆ ਤੇ ਆਖਿਆ, ਭਗਵਾਨ ਮੈਨੂੰ ਬਚਾ। ਕਹਿੰਦੇ ਉਹਦੇ ਵਿੱਚ ਹਾਥੀ 'ਚ ਕੋਈ ਗੁਣ ਸੀ? ਭਲਾ ਹਾਥੀ 'ਚ ਕੀ ਗੁਣ ਹੈ? ਪਸ਼ੂ ਹੈ। ਨਾ ਹਨ ਕੱਛ ਵਿਦਿਆ, ਨਾ ਉਹਨੇ ਕੋਈ ਵਿਦਿਆ ਪੜ੍ਹੀ ਸੀ। ਉਹਨੇ ਕਿਹੜਾ ਕਿਤੇ ਸ਼ਾਸਤਰ ਪੜ੍ਹੇ ਸੀ? ਕਿਹੜਾ ਕਿਤੇ ਕਾਂਸ਼ੀ ਜਾ ਕੇ ਉਹਨੇ ਸ਼ਾਸਤਰੀ ਕੀਤੀ ਸੀ, ਆਚਾਰਿਆ ਕੀਤੀ ਸੀ? ਡਿਗਰੀ ਹੈ ਨਾ ਸ਼ਾਸਤਰੀ ਦੀ, ਆਚਾਰਿਆ ਦੀ, ਕਿਹੜਾ ਕਿਤੇ ਜਾ ਕੇ ਪੜ੍ਹ ਕੇ ਆਇਆ ਸੀ? ਕੋਈ ਉਹਨੂੰ ਵਿਦਿਆ ਵੀ ਨਹੀਂ ਸੀ ਆਉਂਦੀ। ਧਰਮ ਕੀ? ਹੁਣ ਹਾਥੀ ਨੇ ਕੀ ਧਰਮ ਧਾਰਨ ਕਰਨਾ ਸੀ? ਵੀ ਉਹਨੇ ਕਿਹੜਾ ਧਰਮ ਬਣਾਉਣਾ ਸੀ ਆਪਣਾ? ਕਹਿੰਦੇ ਨਾ ਹੀ ਉਹਦਾ ਕੋਈ ਧਰਮ ਸੀ। ਹਾਂਜੀ, ਨਾਨਕ ਬਿਰਦ ਰਾਮ ਕਾ ਦੇਖੋ, ਅਬੈਦਾਨ ਤਹਿ ਦੀਨਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਉਸ ਰਾਮ ਦਾ ਬਿਰਦ ਵੇਖੋ, ਉਹਦਾ ਪ੍ਰਣ ਵੇਖੋ, ਵੀ ਉਹਦੀ ਸ਼ਰਨ ਆ ਗਿਆ। ਬਸ ਉਹ ਸ਼ਰਨ 'ਚ ਹੀ ਗਿਆ, ਹਾਥੀ ਹੋਰ ਤਾਂ ਨਹੀਂ ਸੀ ਕੁਝ ਆਉਂਦਾ ਉਹਨੂੰ। ਤੇ ਰਾਮ ਦਾ ਬਿਰਦ ਵੇਖੋ ਕਿ ਰਾਮ ਨੇ ਉਸ ਹਾਥੀ ਨੂੰ ਅਪੈ ਪਦਵੀ ਦਾ ਦਾਨ ਦੇ ਕੇ ਉਸ ਤੰਦੂਏ ਦੀਆਂ ਤੰਦਾਂ ਨੂੰ ਕੱਟ ਕੇ ਉਹਨੂੰ ਉੱਥੋਂ ਮੁਕਤ ਕੀਤਾ। ਗੱਜ ਗਰਾਹ ਤੇ ਛੂਟਾ, ਉਹਨੂੰ ਛੁਡਾ ਲਿਆ। ਇਹ ਰਾਮ ਦਾ ਬਿਰਦ ਹੈ ਕਿ ਜਿਹੜਾ ਉਹਦੀ ਸ਼ਰਨ ਆਉਂਦਾ ਉਹਨੂੰ ਉਹ ਪਾਲਦਾ, ਉਸ ਨੂੰ ਰੱਖ ਲੈਂਦਾ। ਇਹ ਮੇਰੇ ਸੁਆਮੀ ਦਾ ਬਿਰਦ ਹੈ, ਨਿਰੰਕਾਰ ਦਾ ਬਿਰਦ ਹੈ।